Hello and welcome to all the children of class 5th. I heartily welcome all of you. ਸਾਰੇ ਬੱਚਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਈ ਥਿੰਕ ਤੇ। ਮੈਂ ਤੁਹਾਡਾ ਆਪਣਾ ਅਧਿਆਪਕ ਕਸ਼ਮੀਰ ਸਿੰਘ ਲੈ ਕੇ ਆਇਆ ਹਾਂ ਅੰਗਰੇਜ਼ੀ ਵਿਸ਼ੇ ਦੀ ਅੱਜ ਦੀ ਵੀਡੀਓ। ਆਸ ਕਰਦਾ ਹਾਂ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ, ਸਿਹਤਮੰਦ ਹੋਵੋਗੇ, ਲਗਾਤਾਰ ਸਕੂਲਾਂ ਵਿੱਚ ਜਾ ਕੇ ਆਪਣਾ ਕੰਮ ਕਰ ਰਹੇ ਹੋਵੋਗੇ, ਜਿੱਥੇ ਤੁਸੀਂ ਬੜੇ ਐਕਟਿਵਲੀ ਬੜੇ ਫਾਸਟ ਤਰੀਕੇ ਨਾਲ ਇਸ ਮਹੀਨੇ 'ਚ ਕੰਮ ਕਰ ਰਹੇ ਹੋ, ਕਿਉਂਕਿ ਵੱਡੀ ਕਲਾਸ ਹੈ, 5ਵੀਂ ਕਲਾਸ ਹੈ, ਐਗਜ਼ਾਮ ਹੋਣ ਵਾਲੇ ਨੇ, ਥੋੜ੍ਹਾ ਹੀ ਸਮਾਂ ਹੈ, 20-25 ਦਿਨ ਦਾ ਸਮਾਂ ਹੈ, ਐਗਜ਼ਾਮ ਹੋ ਜਾਣੇ ਨੇ ਔਰ ਤੁਸੀਂ ਖੁੱਭ ਕੇ ਤਿਆਰੀ ਕਰ ਰਹੇ ਹੋ। ਮੇਰਾ ਵੀ ਮਕਸਦ ਇਹੀ ਹੈ ਕਿ ਮੈਂ ਆਪਣੇ ਅਧਿਆਪਕ ਸਾਥੀਆਂ ਨਾਲ ਮਿਲ ਕਰਕੇ ਦੁਹਰਾਈ ਲਈ ਇਹ ਵੀਡੀਓਜ਼ ਲਗਾਤਾਰ ਤੁਹਾਨੂੰ ਦੇਵਾਂ ਤਾਂ ਕਿ ਤੁਸੀਂ ਘਰ ਬੈਠ ਕੇ ਇਸ ਦਾ ਅਭਿਆਸ ਕਰ ਸਕੋ। ਸਕੂਲਾਂ ਵਿੱਚ ਤਾਂ ਤੁਸੀਂ ਪੜ੍ਹੋਗੇ ਹੀ, ਘਰ ਬੈਠ ਕੇ ਇਸ ਵੀਡੀਓ ਨੂੰ ਵੀ ਦੇਖ ਕੇ ਅਭਿਆਸ ਵੀ ਕਰੋਗੇ। ਸੋ ਬਹੁਤ ਸਵਾਗਤ ਹੈ ਤੁਹਾਡੇ ਮਾਤਾ ਪਿਤਾ ਦਾ, ਤੁਹਾਡੇ ਭੈਣ ਭਰਾਵਾਂ ਦਾ ਅਤੇ ਮੇਰੇ ਸਤਿਕਾਰਤ ਅਧਿਆਪਕ ਸਾਥੀ ਜਿਹੜੇ ਲਗਾਤਾਰ ਤੁਹਾਨੂੰ ਇਹਨਾਂ ਵੀਡੀਓ ਦੀ ਮਦਦ ਨਾਲ ਪਿਛਲੇ 1 ਸਾਲ ਤੋਂ ਕਰੀਬ ਹੋ ਗਿਆ, ਕੋਈ 10-11 ਮਹੀਨੇ ਤੋਂ ਤੁਹਾਡੇ ਨਾਲ ਜੁੜੇ ਨੇ, ਤੁਹਾਨੂੰ ਕੰਮ ਕਰਵਾ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਸਵਾਗਤ ਕਰਦਾ ਹਾਂ। ਆਓ ਬੱਚਿਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਿਛਲੀ ਵੀਡੀਓ 'ਚ ਅਸੀਂ ਲੈਸਨ ਨੰਬਰ 6 ਬੈਂਕ ਆਵਰ ਨੀਡ ਦੇ ਬਾਰੇ 'ਚ ਥੋੜ੍ਹਾ ਜਿਹਾ ਮੁੱਖਬੰਦ ਕੀਤਾ ਸੀ ਕਿ ਬੈਂਕ ਕੀ ਹੁੰਦਾ, ਇਹ ਸਾਡੀ ਜ਼ਰੂਰਤ ਕਿਉਂ ਹੈ, ਆਵਰ ਨੀਡ ਕਿਉਂ ਹੈ, ਇਹਦੇ ਬਾਰੇ ਗੱਲ ਕੀਤੀ ਸੀ। ਕਿਉਂਕਿ ਇਸ ਵਿੱਚ ਅਸੀਂ ਪੈਸੇ ਜਮ੍ਹਾਂ ਕਰਾ ਸਕਦੇ ਹਾਂ, ਪੈਸੇ ਰੱਖ ਸਕਦੇ ਹਾਂ, ਲੋੜ ਅਨੁਸਾਰ ਬੈਂਕ ਤੋਂ ਕਰਜ਼ਾ ਲੈ ਸਕਦੇ ਹਾਂ, ਕਿਤੇ ਪੈਸੇ ਪਹੁੰਚਾ ਸਕਦੇ ਹਾਂ, ਮਨੀ ਆਰਡਰ ਵੀ ਕਰ ਸਕਦੇ ਹਾਂ, ਚੈੱਕ ਰਾਹੀਂ ਪੈਸੇ ਵੀ ਦੇ ਸਕਦੇ ਹਾਂ, ਲੋਨ ਜਿਹੜੇ ਮੈਂ ਹੁਣੇ ਦੱਸਿਆ ਕਿ ਕਰਜ਼ਾ ਅਸੀਂ ਕਿਸੇ ਵੀ ਕਿਸਮ ਦਾ ਲੈ ਸਕਦੇ ਹਾਂ, ਗ੍ਰਾਮੀਣ ਪੇਂਡੂ ਖੇਤਰ ਦਾ ਕਰਜ਼ਾ ਬੜਾ ਸਸਤਾ ਮਿਲ ਜਾਂਦਾ, ਠੀਕ ਹੈ। ਹੋਰ ਧੰਦਿਆਂ ਨੂੰ ਚਲਾਉਣ ਵਾਸਤੇ ਵੀ ਬੈਂਕ ਕਰਜ਼ੇ ਦਿੰਦੀ ਹੈ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਪਾਠ ਵਿੱਚ ਕਰਾਂਗੇ। ਅਸੀਂ ਪਾਠ ਨਾਲ ਸੰਬੰਧਿਤ ਵਰਡ ਮੀਨਿੰਗ ਜਿਹੜੇ ਸੀ ਉਹ ਕਰ ਚੁੱਕੇ ਸੀ, ਮੈਂ ਤੁਹਾਨੂੰ ਕਰਵਾ ਚੁੱਕਾ ਸੀ। ਅੱਜ ਅਸੀਂ ਇਸ ਪਾਠ ਨੂੰ ਜਿਹੜਾ ਹੈ ਉਹ ਪੜ੍ਹਨਾ ਸ਼ੁਰੂ ਕਰਨਾ ਹੈ। ਇਸ ਤੋਂ ਪਹਿਲਾਂ ਕਿ ਪਾਠ ਨੂੰ ਸ਼ੁਰੂ ਕੀਤਾ ਜਾਵੇ, ਮੈਂ 1-2 ਕੁਐਸਚਨ ਤੁਹਾਨੂੰ ਪੁੱਛਣੇ ਨੇ ਬੇਟਾ, ਤੁਸੀਂ ਖੁਦ ਨੂੰ ਆਨਸਰ ਦੇਣੇ ਨੇ, ਕਿਉਂਕਿ ਵੀਡੀਓਜ਼ ਦੇ ਰਾਹੀਂ ਕੁਐਸਚਨ ਆਨਸਰ ਨਹੀਂ ਹੋ ਸਕਦੇ, ਕਿਉਂਕਿ ਪ੍ਰੀਪੇਡ ਵੀਡੀਓ ਹੈ। ਸੋ ਆਓ ਇਸ ਪਹਿਲਾਂ ਬਣਾਈ ਹੋਈ ਵੀਡੀਓ ਨੂੰ ਤੁਸੀਂ ਦੇਖ ਕੇ ਖੁਦ ਆਪਣੇ ਕੋਲ ਕੁਐਸਚਨ ਜਿਹੜੇ ਆ ਪੁੱਛ ਕੇ ਉਹਨਾਂ ਦਾ ਆਨਸਰ ਦੇਣਾ ਹੈ। ਪਹਿਲਾ ਕੁਐਸਚਨ ਹੈ, ਤੁਹਾਡੇ ਪੇਰੈਂਟਸ ਜਿਹੜੇ ਨੇ ਕਦੀ ਬੈਂਕ ਗਏ ਨੇ? ਡੂ ਯੋਰ ਪੇਰੈਂਟਸ ਗੋ ਟੂ ਬੈਂਕ? ਡੂ ਯੋਰ ਪੇਰੈਂਟਸ ਗੋ ਟੂ ਬੈਂਕ? ਕਦੀ ਤੁਹਾਡੇ ਮਾਤਾ ਪਿਤਾ ਬੈਂਕ ਗਏ ਨੇ? ਤਾਂ ਬੇਟਾ ਅਕਸਰ ਮੈਂ ਆਪਣੇ ਸਕੂਲ ਤਾਂ ਦੇਖਿਆ ਹੈ ਕਿ ਹਰ ਮਾਤਾ ਪਿਤਾ ਜਿਹੜਾ ਹੈ ਆਪਣੇ ਬੱਚੇ ਦੇ ਬੈਂਕ ਵਿੱਚ ਜ਼ਰੂਰ ਗਿਆ, ਕਿਉਂਕਿ ਬੱਚਿਆਂ ਦੇ ਜਦੋਂ ਅਕਾਊਂਟ ਖੁਲਵਾਏ ਸੀ ਤਾਂ ਸਾਰੇ ਬੱਚੇ ਬੈਂਕ 'ਚ ਵਿਜ਼ਿਟ ਕਰਨ ਗਏ ਸੀ, ਕਿਉਂਕਿ ਬੱਚਿਆਂ ਦੀ ਸ਼ਮੂਲੀਅਤ ਜ਼ਰੂਰੀ ਸੀ। ਬੱਚਿਆਂ ਦੇ ਕਈਆਂ ਦੇ ਸਿਗਨੇਚਰ ਹੋਣੇ ਸੀ, ਪੇਰੈਂਟਸ ਦੇ ਹੋਣੇ ਸੀ, ਤਾਂ ਬੱਚੇ ਵੀ ਨਾਲ ਗਏ ਸੀ। ਸੋ ਸਾਰੇ ਬੱਚਿਆਂ ਦੇ ਪੇਰੈਂਟਸ ਜਿਹੜੇ ਹੈ ਆਈ ਥਿੰਕ ਕਿ ਗਏ ਹੋਣਗੇ, ਤੋ ਬੱਚੇ ਵੀ ਗਏ ਹੋਣਗੇ। ਦੂਸਰਾ ਕੁਐਸਚਨ ਹੈ, ਉਹ ਬੈਂਕ 'ਚ ਕਿਉਂ ਗਏ ਸਨ? ਵਾਈ ਡੂ ਦੇ ਗੋ ਟੂ ਦੀ ਬੈਂਕ? ਦੱਸੋ ਉਹ ਬੈਂਕ 'ਚ ਕਿਉਂ ਗਏ ਸੀ? ਅਤੇ ਮੈਂ ਹੁਣੇ ਦੱਸਿਆ ਉਹ ਆਪਣਾ ਅਕਾਊਂਟ ਖਾਤਾ ਖੁਲਾਉਣ ਗਏ ਸੀ, ਬੱਚਿਆਂ ਦਾ ਖਾਤਾ, ਕਿਉਂਕਿ ਜਿਹੜੀ ਸਕੋਲਰਸ਼ਿਪ ਆਉਂਦੀ ਹੈ, ਮਿਨੋਰਟੀ ਸਕੋਲਰਸ਼ਿਪ ਜਾਂ ਹੋਰ ਗੌਰਮੈਂਟ ਸਕੀਮਸ ਜਿਹੜੀਆਂ ਨੇ ਸਾਡੇ ਬੱਚਿਆਂ 'ਤੇ ਅਪਲਾਈ ਹੁੰਦੀਆਂ ਨੇ, ਉਹਨਾਂ ਬੱਚਿਆਂ ਨੂੰ ਕਵਰ ਕਰਨ ਵਾਸਤੇ, ਉਹਨਾਂ ਨੂੰ ਉਹਨਾਂ ਦਾ ਲਾਭ ਦੇਣ ਵਾਸਤੇ ਬੈਂਕ ਅਕਾਊਂਟ ਖੋਲ੍ਹਣੇ ਬੱਚਿਆਂ ਦੇ ਲਾਜ਼ਮੀ ਨੇ, ਤਾਂ ਇਸ ਵਾਸਤੇ ਉਹ ਗਏ ਹੋ ਸਕਦੇ ਨੇ। ਹੋ ਸਕਦਾ ਆਪਣੇ ਬੈਂਕ ਅਕਾਊਂਟ ਨੂੰ ਵੀ ਮੇਨਟੇਨ ਕਰਨ ਗਏ ਹੋਣ। ਨੈਕਸਟ ਹੈ, ਤੁਸੀਂ ਕਦੇ ਕਿਸੇ ਬੈਂਕ ਨੂੰ ਵਿਜ਼ਿਟ ਕੀਤਾ, ਕਿਸੇ ਬੈਂਕ ਗਏ ਹੋ? ਹੈਵ ਯੂ ਐਵਰ ਵਿਜ਼ਿਟਡ ਅ ਬੈਂਕ? ਤਾਂ ਤਕਰੀਬਨ 90% ਬੱਚੇ ਬੈਂਕਾਂ ਜ਼ਰੂਰ ਗਏ ਹੈ। ਸਾਰੇ ਬੱਚੇ ਇਹੀ ਆਨਸਰ ਦੇਣਗੇ ਕਿ ਹਾਂ ਅਸੀਂ ਬੈਂਕ ਗਏ ਸੀ। ਸੋ ਆਓ ਹੁਣ ਪਾਠ ਨੂੰ ਪੜ੍ਹਦੇ ਹਾਂ। Aman's father is going to the office. ਅਮਨ ਦੇ ਪਿਤਾ ਜੀ ਦਫ਼ਤਰ ਜਾ ਰਹੇ ਹਨ। His mother asks his father. ਉਸਦੇ ਮਾਤਾ ਜੀ ਨੇ ਉਸਦੇ ਪਿਤਾ ਜੀ ਨੂੰ ਕਿਹਾ,
ਟੂ ਪੇ ਦਾ ਇਲੈਕਟ੍ਰਿਸਿਟੀ ਬਿੱਲ, ਕਿ ਤੁਸੀਂ ਬਿਜਲੀ ਦਾ ਬਿੱਲ ਜਿਹੜਾ ਉਹ ਪੇ ਕਰ ਆਏ ਹੋ, ਤਾਰ ਆਏ ਹੋ, ਦੇ ਆਏ ਹੋ। ਫਾਦਰ ਕਹਿ ਰਹੇ ਨੇ ਆਈ ਐਮ ਵੈਰੀ ਬਿਜ਼ੀ, ਅੱਜ ਮੈਂ ਬਹੁਤ ਬਿਜ਼ੀ ਹਾਂ, ਬੜਾ ਰੁੱਝਿਆ ਹੋਇਆ। ਆਈ ਹੈਵ ਅ ਮੀਟਿੰਗ ਟੂਡੇ, ਅੱਜ ਮੇਰੀ ਕੋਈ ਮੀਟਿੰਗ ਹੈ। ਮਦਰ ਕਹਿ ਰਹੇ ਨੇ ਟੂਡੇ ਇਜ਼ ਦ ਲਾਸਟ ਡੇ ਟੂ ਪੇ ਦ ਬਿੱਲ, ਅੱਜ ਬਿੱਲ ਨੂੰ ਅਦਾ ਕਰਨ ਦੀ, ਪੇ ਕਰਨ ਦੀ ਅਖੀਰੀ ਮਿਤੀ ਹੈ, ਲਾਸਟ ਡੇਟ ਹੈ। ਫਾਦਰ ਕੀ ਕਹਿ ਰਹੇ ਨੇ ਓਕੇ ਠੀਕ ਹੈ, ਆਈ ਵਿਲ ਟਰਾਈ, ਮੈਂ ਕੋਸ਼ਿਸ਼ ਕਰਾਂਗਾ। ਆਫਟਰ ਯੂਜ਼ਿੰਗ ਇਸ ਮੋਬਾਈਲ ਫੋਨ, ਅਤੇ ਨਾਲ ਹੀ ਆਪਣੇ ਮੋਬਾਈਲ ਫੋਨ 'ਤੇ ਗੱਲ ਕਰਨ ਲੱਗ ਪਏ। ਆਈ ਹੈਵ ਪੇਡ ਦ ਬਿੱਲ, ਮੈਂ ਬਿੱਲ ਤਾਰ ਦਿੱਤਾ ਹੋਇਆ ਹੈ। ਅਮਨ ਹੈਜ਼ ਬੀਨ ਵਾਚਿੰਗ all this and is very cautious to know how his father has paid the bill. ਅਮਨ ਇਹ ਸਭ ਕੁਝ ਬੜੇ ਧਿਆਨ ਨਾਲ ਦੇਖ ਰਿਹਾ ਸੀ ਅਤੇ ਬੜਾ ਉਤਸ਼ਾਹਿਤ ਹੋ ਕੇ, ਕਿਊਰੀਅਸ ਪੜ੍ਹਿਆ ਸੀ ਵਰਡ ਮੀਨਿੰਗ 'ਚ, ਕਿਊਰੀਅਸ ਹੁੰਦਾ ਉਤਸ਼ਾਹਿਤ ਹੋਣਾ, ਅਤੇ ਬੜਾ ਉਤਸ਼ਾਹਿਤ ਹੋ ਕੇ ਉਸਨੇ ਆਪਣੇ ਪਾਪਾ ਜੀ ਕੋਲ ਪੁੱਛਿਆ, ਜਾਣਨਾ ਚਾਹੁੰਦਾ ਸੀ ਆਪਣੇ ਪਾਪਾ ਜੀ ਕੋਲ ਕਿ ਉਹਨਾਂ ਨੇ ਬਿੱਲ ਕਿਵੇਂ ਪੇ ਕਰ ਦਿੱਤਾ। In the evening, ਸ਼ਾਮ ਵੇਲੇ, he asked his father about it. ਇਸ ਬਿੱਲ ਬਾਰੇ ਆਪਣੇ ਪਾਪਾ ਜੀ ਕੋਲੋਂ, ਫਾਦਰ ਸਾਹਿਬ ਕੋਲੋਂ ਸ਼ਾਮ ਨੂੰ ਉਸਨੇ ਪੁੱਛਿਆ। ਅਮਨ ਕੀ ਕਹਿ ਰਿਹਾ ਅਮਨ, ਪਾਪਾ you didn't go to the electricity office, ਪਾਪਾ ਤੁਸੀਂ ਬਿਜਲੀ ਦੇ ਦਫ਼ਤਰ ਨਹੀਂ ਸੀ ਗਏ, ਬਟ ਯੂ ਪੇਡ ਦਾ ਬਿੱਲ, ਪਰ ਤੁਸੀਂ ਫਿਰ ਵੀ ਬਿੱਲ ਤਾਰ ਦਿੱਤਾ, ਬਿੱਲ ਅਦਾ ਕਰਤਾ, ਪੇ ਕਰਤਾ। ਹਾਊ ਇਜ਼ ਇਟ ਪੋਸੀਬਲ, ਇਹ ਕਿਵੇਂ ਸੰਭਵ ਹੈ। ਫਾਦਰ ਪਿਤਾ ਜੀ ਕੀ ਕਹਿ ਰਹੇ ਨੇ, ਆਈ ਪੇਡ ਦਾ ਬਿੱਲ ਯੂਜ਼ਿੰਗ ਨੈੱਟ ਬੈਂਕਿੰਗ ਫੈਸਿਲਿਟੀ, ਮੈਂ ਨੈੱਟ ਬੈਂਕਿੰਗ ਦੀ ਸਹੂਲਤ ਦੇ ਨਾਲ ਬਿੱਲ ਤਾਰ ਦਿੱਤਾ ਹੋਇਆ। ਹੁਣ ਧਿਆਨ ਨਾਲ ਸੁਣਿਓ ਬੱਚਿਓ, ਵਾਟ ਇਜ਼ ਨੈੱਟ ਬੈਂਕਿੰਗ, ਜਿਹੜਾ ਅਸੀਂ ਔਨਲਾਈਨ ਫੋਨ ਦੇ ਉੱਤੇ ਸਾਡੇ ਬੈਂਕਿੰਗ ਦੀ ਸੁਵਿਧਾ ਸਾਨੂੰ ਮਿਲ ਜਾਂਦੀ ਹੈ। ਅਗਰ ਸਾਡਾ ਪਹਿਲੋਂ ਅਕਾਊਂਟ ਖੁੱਲ੍ਹਾ ਤਾਂ ਸਾਨੂੰ ਨੈੱਟ ਬੈਂਕਿੰਗ ਮੀਨਸ ਕਿ ਨੈੱਟਵਰਕ, ਨੈੱਟ ਬਣਿਆ ਨੈੱਟਵਰਕ ਤੋਂ, ਨੈੱਟਵਰਕ ਦੇ ਥਰੂ, ਬੈਂਕਿੰਗ ਨੈੱਟਵਰਕ ਦੇ ਥਰੂ ਸਾਡੇ ਕੋਲ ਸਾਡੀ ਸਿਮ ਦੇ ਵਿੱਚ ਕਿਸੇ ਸਰਵਰ ਕੋਲੋਂ, ਕਿਸੇ ਕੰਪਨੀ ਕੋਲੋਂ, ਜਿਹਦੀ ਵੀ ਸਿਮ ਅਸੀਂ ਚਲਾਉਂਦੇ ਹਾਂ, ਅਗਰ ਅਸੀਂ ਡਾਟਾ ਸਾਨੂੰ ਜਿਹੜਾ ਹੈ ਚਲਾਉਣ ਵਾਸਤੇ ਮਿਲਿਆ ਹੋਇਆ, ਡਾਟਾ ਆਪਰੇਟ ਅਸੀਂ ਕਰਦੇ ਹਾਂ, ਅਸੀਂ ਉਸ ਸਿਮ ਦੇ ਉੱਤੇ ਪੇਡ ਕੀਤਾ ਹੋਇਆ, ਤਾਂ ਅਸੀਂ ਜਦੋਂ ਸਾਡੇ ਨੈੱਟ ਚੱਲਦਾ ਹੈ, ਪੰਜਾਬੀ 'ਚ ਕਹਿੰਦੇ ਸਾਡੇ ਫੋਨ 'ਤੇ ਨੈੱਟ ਚੱਲਦਾ, ਨੈੱਟ ਮੀਨਸ ਕਿ ਸਾਨੂੰ ਸੁਵਿਧਾ ਹੈ ਕਿ ਅਸੀਂ ਨੈੱਟਵਰਕ ਨਾਲ ਕਨੈਕਟ ਹੋ ਸਕਦੇ ਹਾਂ। ਸੋ ਉੱਥੇ ਜਾ ਕੇ ਅਸੀਂ ਆਪਣੇ ਬੈਂਕ ਨਾਲ ਵੀ ਸਿੱਧਾ ਜੁੜ ਸਕਦੇ ਹਾਂ ਔਨਲਾਈਨ, ਅਤੇ ਬਹੁਤ ਸਾਰੇ ਸੁਵਿਧਾਵਾਂ ਜਿਹੜੀਆਂ ਲੈ ਸਕਦੇ ਹਾਂ, ਇਸ ਨੂੰ ਨੈੱਟ ਬੈਂਕਿੰਗ ਕਹਿੰਦੇ ਨੇ। ਸੋ ਫਾਦਰ ਪਿਤਾ ਜੀ ਨੇ ਕੀ ਕਿਹਾ, ਅਮਨ ਦੇ ਪਿਤਾ ਜੀ ਨੇ, ਕਿ ਮੈਂ ਬਿੱਲ ਜਿਹੜਾ ਹੈ ਨੈੱਟ ਬੈਂਕਿੰਗ ਦੇ ਸਰਵਿਸ ਨਾਲ, ਸਹੂਲਤ ਨਾਲ ਜਿਹੜਾ ਤਾਰ ਦਿੱਤਾ ਹੋਇਆ ਹੈ। ਅਮਨ ਕਹਿ ਰਿਹਾ ਓ ਵਾਟ ਇਜ਼ ਨੈੱਟ ਬੈਂਕਿੰਗ ਫੈਸਿਲਿਟੀ, ਪਲੀਜ਼ ਟੈਲ ਮੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਨੈੱਟ ਬੈਂਕਿੰਗ ਦੀ ਸਹੂਲਤ ਜਿਹੜੀ ਹੈ ਇਹ ਕੀ ਹੈ। ਨੈਕਸਟ ਪੇਜ ਨੰਬਰ 70 'ਤੇ ਚੱਲਾਂਗੇ ਬੇਟਾ। ਹੁਣ ਫਾਦਰ ਕੀ ਕਹਿ ਰਿਹਾ, ਓਕੇ ਠੀਕ ਹੈ, ਲਿਸਨ ਸੁਣੋ, ਆ ਬੈਂਕ ਇਜ਼ ਆ ਸੇਫ ਪਲੇਸ, ਇੱਕ ਬੈਂਕ ਜਿਹੜਾ ਹੈ ਬੜੀ ਜਿਹੜੀ ਹੈ ਸੁਰੱਖਿਅਤ ਥਾਂ ਹੈ। ਵੇਅਰ ਵੀ ਕੈਨ ਸੇਵ ਆਵਰ ਮਨੀ, ਜਿੱਥੇ ਅਸੀਂ ਆਪਣੇ ਪੈਸੇ ਜਿਹੜੇ ਆ ਸੁਰੱਖਿਅਤ ਰੱਖ ਸਕਦੇ ਹਾਂ। ਇਟ ਰਿਸੀਵਸ ਮਨੀ ਫਰੋਮ ਦੋਜ਼ ਹੂ ਵਾਂਟ ਟੂ ਸੇਵ ਇਟ, ਬੈਂਕ ਉਹਨਾਂ ਤੋਂ ਪੈਸੇ ਲੈਂਦਾ, ਪੈਸੇ ਪ੍ਰਾਪਤ ਕਰ ਲੈਂਦਾ ਜਿਹੜੇ ਆਪਣੇ ਪੈਸੇ ਨੂੰ ਸੇਵ, ਸੁਰੱਖਿਅਤ ਰੱਖਣਾ ਚਾਹੁੰਦੇ ਆ। ਐਂਡ ਲੈਂਡਸ ਮਨੀ, ਅਤੇ ਉਧਾਰ ਦਿੰਦਾ, ਦੱਸਿਆ ਸੀ ਨਾ ਮੈਂ ਵਰਡ ਮੀਨਿੰਗ 'ਚ, ਲੈਂਡ ਹੁੰਦਾ ਉਧਾਰ ਦੇਣਾ। ਔਨ ਇੰਟਰਸਟ, ਵਿਆਜ ਦੇ ਉੱਤੇ ਲੋਕਾਂ ਨੂੰ ਪੈਸੇ ਵੀ ਦਿੰਦਾ। ਟੂ ਦੋਜ਼ ਹੂ ਨੀਡ ਇਟ, ਜਿਨ੍ਹਾਂ ਨੂੰ ਉਧਾਰ ਦੀ ਲੋੜ ਹੁੰਦੀ ਹੈ, ਕੁਛ ਇੱਕ ਵਿਆਜ ਦੇ ਉੱਪਰ
ਪੈਸੇ ਦਿੰਦਾ। ਹੁਣ ਵਿਆਜ ਕੀ ਹੁੰਦਾ? ਵਿਆਜ ਹੁੰਦਾ ਮੰਨ ਲਓ ਬੈਂਕ ਤੋਂ 100 ਰੁਪਇਆ ਲਿਆ, ਬੈਂਕ ਜਿਹੜਾ ਹੈ 1 ਮਹੀਨੇ ਦਾ ਘੱਟੋ ਘੱਟ ਸਮਾਂ ਜਿਹੜਾ ਹੈ ਵਿਆਜ ਲਈ ਨਿਸ਼ਚਿਤ ਹੁੰਦਾ ਹੈ। ਸਾਲਾਨਾ ਵੀ ਹੁੰਦਾ ਹੈ, ਛਮਾਹੀ ਵੀ ਹੁੰਦਾ ਹੈ, ਲੇਕਿਨ ਜ਼ਿਆਦਾਤਰ 1 ਮਹੀਨੇ ਦਾ ਵਿਆਜ ਹੀ ਚੱਲਦਾ ਹੈ। ਮੰਨ ਲਓ ਬੈਂਕ ਨੇ 100 ਰੁਪਇਆ ਤੁਹਾਨੂੰ ਉਧਾਰ ਦਿੱਤਾ ਹੈ, ਤਾਂ ਬੈਂਕ 1 ਮਹੀਨੇ ਬਾਅਦ ਤੁਹਾਡੇ ਕੋਲ 6 ਰੁਪਏ ਜਾਂ 7 ਰੁਪਏ ਵਿਆਜ ਜਿਹੜਾ ਹੈ ਉਹ ਲਏਗਾ, ਜਾਂ ਇਸ ਤੋਂ ਜ਼ਿਆਦਾ ਵੀ ਵਿਆਜ ਲੈ ਸਕਦਾ ਹੈ। ਮਤਲਬ ਕਿ ਤੁਹਾਨੂੰ 100 ਰੁਪਏ ਤਾਂ ਪੇ ਕਰਨੇ ਹੀ ਪੈਣਗੇ ਮਹੀਨੇ ਬਾਅਦ, ਬਦਲੇ 'ਚ ਵਿਆਜ ਜਿਹੜਾ ਹੈ 7 ਰੁਪਏ ਵੀ ਪੇ ਕਰਨਾ ਪਏਗਾ। ਕੁੱਲ ਮਿਲਾ ਕੇ 107 ਰੁਪਏ ਤੁਹਾਨੂੰ ਵਾਪਸ ਜਿਹੜੇ ਤੁਸੀਂ ਬੈਂਕ ਤੋਂ ਲੈਂਡ ਕੀਤੇ ਉਧਾਰ ਲਏ ਹੈ ਉਹ ਤੁਹਾਨੂੰ ਵਾਪਸ ਕਰਨੇ ਪੈਣਗੇ। ਸੋ ਇਹ ਇੰਟਰਸਟ ਹੁੰਦਾ। ਅਮਨ ਕੀ ਕਹਿ ਰਿਹਾ? ਕੈਨ ਵੀ ਗੈਟ ਬੈਕ ਆਵਰ ਮਨੀ, ਕਿ ਅਸੀਂ ਆਪਣੇ ਪੈਸੇ ਵਾਪਸ ਵੀ ਲੈ ਸਕਦੇ ਹਾਂ? ਫਾਦਰ, ਯੈਸ ਆਫ ਕੋਰਸ, ਹਾਂ ਕਿਉਂ ਨਹੀਂ। ਇਟ ਡਿਪੈਂਡਸ ਅਪੋਨ ਦਾ ਟਾਈਪ ਆਫ ਅਕਾਊਂਟ ਵੀ ਚੂਜ਼। ਇਸ ਗੱਲ 'ਤੇ ਨਿਰਧਾਰਿਤ ਹੁੰਦਾ ਹੈ, ਇਸ ਗੱਲ 'ਤੇ ਡਿਪੈਂਡ ਕਰਦਾ ਹੈ ਕਿ ਅਸੀਂ ਬੈਂਕ ਵਿੱਚ ਕਿਸ ਕਿਸਮ ਦਾ ਅਕਾਊਂਟ ਜਿਹੜਾ ਖੋਲ੍ਹਿਆ ਹੋਇਆ ਹੈ। ਫਰੋਮ ਸੇਵਿੰਗ ਅਕਾਊਂਟ, ਬਚਤ ਖਾਤੇ ਵਿੱਚੋਂ ਅਸੀਂ ਵੀ ਕੈਨ ਵਿਦਡਰਾ ਮਨੀ ਵੈਨ ਐਵਰ ਵੀ ਨੀਡ, ਜਦੋਂ ਵੀ ਸਾਨੂੰ ਜ਼ਰੂਰਤ ਪਵੇ ਅਸੀਂ ਬਚਤ ਖਾਤੇ ਵਿੱਚੋਂ ਆਪਣੇ ਪੈਸੇ ਕਢਵਾ ਸਕਦੇ ਹਾਂ। ਅਮਨ, ਵਾਈ ਸ਼ੁੱਡ ਵੀ ਡਿਪੋਜ਼ਿਟ ਮਨੀ ਇਨ ਦਾ ਬੈਂਕ, ਅਸੀਂ ਬੈਂਕ ਵਿੱਚ ਆਪਣੇ ਪੈਸੇ ਕਿਉਂ ਜਮ੍ਹਾਂ ਕਰਾਉਂਦੇ ਹਾਂ? ਫਾਦਰ, ਇਨ ਅ ਬੈਂਕ ਆਵਰ ਮਨੀ ਇਜ਼ ਆਲਵੇਜ਼ ਸੇਫ, ਬੈਂਕ ਵਿੱਚ ਸਾਡੇ ਪੈਸੇ ਸੁਰੱਖਿਅਤ ਹੁੰਦੇ ਨੇ। ਅ ਬੈਂਕ ਆਲਸੋ ਪੇਜ਼ ਅ ਸਮ ਐਕਸਟਰਾ ਮਨੀ ਕਾਲਡ ਇੰਟਰਸਟ ਫੋਰ ਆਵਰ ਡਿਪੋਜ਼ਿਟ, ਜਿਹੜੇ ਪੈਸੇ ਅਸੀਂ ਜਮ੍ਹਾਂ ਕਰਵਾਏ ਹੁੰਦੇ ਆ ਉਹਨਾਂ ਪੈਸਿਆਂ ਦੇ ਉੱਪਰ ਸਾਨੂੰ ਬੈਂਕ ਜਿਹੜਾ ਕੁਛ ਵਿਆਜ ਵੀ ਦਿੰਦਾ ਹੈ, ਬਸ਼ਰਤੇ ਕਿ ਸਾਡਾ ਅਕਾਊਂਟ ਸੇਵਿੰਗ ਅਕਾਊਂਟ ਹੋਵੇ, ਬਚਤ ਖਾਤਾ ਹੋਵੇ। ਜਿਸ ਤਰ੍ਹਾਂ ਉਹ ਪੈਸੇ ਉਧਾਰ ਦਿੰਦਾ ਅਤੇ ਇੰਟਰਸਟ ਲਾਉਂਦਾ, ਇਸ ਤਰ੍ਹਾਂ ਹੀ ਉਹ ਜਦੋਂ ਪੈਸੇ ਰੱਖਣ ਦੇ ਵੀ ਪੈਸੇ ਇੰਟਰਸਟ ਦੇ ਰੂਪ 'ਚ ਦਿੰਦਾ, ਕਿਉਂਕਿ ਅਸੀਂ ਸੇਵ ਕੀਤੇ ਹੋਏ ਆ, ਬੈਂਕ ਨੂੰ ਦਿੱਤੇ ਹੋਏ ਆ। ਅਮਨ ਕਹਿ ਰਿਹਾ, ਹਾਊ ਡਜ਼ ਬੈਂਕ ਰਿਮੈਂਬਰ ਆਲ ਆਫ ਦੀਜ਼, ਬੈਂਕ ਇਹ ਸਭ ਕੁਛ ਕਿਵੇਂ ਯਾਦ ਰੱਖ ਲੈਂਦਾ? ਫਾਦਰ, ਪਿਤਾ ਜੀ ਕਹਿ ਰਿਹਾ, ਐਵਰੀ ਬੈਂਕ ਹੈਜ਼ ਕੰਪਿਊਟਰਸ ਵਿਚ ਕੀਪ ਆਲ ਦਾ ਰਿਕਾਰਡਸ, ਸਾਰੇ ਬੈਂਕਾਂ ਦੇ ਵਿੱਚ ਕੰਪਿਊਟਰ ਰੱਖੇ ਹੋਏ ਨੇ ਜਿਹੜਾ ਸਾਰਾ ਰਿਕਾਰਡ ਜਿਹੜਾ ਸਾਰਾ ਖਾਤਾ ਜਿਹੜਾ ਰੱਖਦੇ ਨੇ, ਸਾਰਾ ਹਿਸਾਬ ਕਿਤਾਬ ਰੱਖਦੇ ਨੇ। ਵੈਨ ਐਵਰ, ਜਦੋਂ ਕਿਤੇ ਵੀ ਵੀ ਡਿਪੋਜ਼ਿਟ ਆਵਰ ਔਰ ਵਿਦਡਰਾ ਮਨੀ, ਜਾਂ ਪੈਸੇ ਅਸੀਂ ਕਢਵਾਉਂਦੇ ਹਾਂ ਜਾਂ ਜਮ੍ਹਾਂ ਕਰਵਾਉਂਦੇ ਹਾਂ, the employees of the bank maintain record of all the withdrawal and deposit in the computer, ਸੋ ਬੈਂਕ ਵਿੱਚ ਜਿਹੜੇ ਕਰਮਚਾਰੀ ਨੇ ਜਦੋਂ ਵੀ ਅਸੀਂ ਪੈਸੇ ਕਢਵਾਉਂਦੇ ਹਾਂ ਜਾਂ ਜਮ੍ਹਾਂ ਕਰਵਾਉਂਦੇ ਹਾਂ ਉਹ ਸਾਰੇ ਦਾ ਰਿਕਾਰਡ ਜਿਹੜਾ ਹੈ ਕੰਪਿਊਟਰ ਵਿੱਚ ਸਾਂਭ ਕੇ ਰੱਖਦੇ ਨੇ। ਅਮਨ, ਹਾਊ ਕੈਨ ਵੀ ਵਿਦਡਰਾ ਮਨੀ, ਅਸੀਂ ਪੈਸੇ ਕਿਵੇਂ ਕਢਾ ਸਕਦੇ ਹਾਂ? ਫਾਦਰ, the bank issue a ਚੈੱਕ ਬੁੱਕ, ਬੈਂਕ ਸਾਨੂੰ ਜਿਹੜਾ ਹੈ ਇੱਕ ਚੈੱਕ ਬੁੱਕ ਇਸ਼ੂ ਕਰ ਦਿੰਦਾ ਹੈ। ਚੈੱਕ ਬੁੱਕ ਤੁਹਾਨੂੰ ਦੱਸਿਆ ਸੀ ਵਰਡ ਮੀਨਿੰਗ 'ਚ ਮੈਂ ਵਿਸਥਾਰ ਨਾਲ, ਇੱਕ ਚੈੱਕ ਬੁੱਕ ਇਸ਼ੂ ਕਰ ਦਿੰਦਾ। ਵੀ ਕੈਨ ਵਿਦਡਰਾ ਮਨੀ ਯੂਜ਼ਿੰਗ ਏ ਚੈੱਕ ਲੀਫ, ਇੱਕ ਚੈੱਕ ਦੀ ਪੇਜ ਲੈ ਕੇ ਲੀਫ ਲੈ ਕੇ ਅਸੀਂ ਉਸ ਤੋਂ ਪੈਸੇ ਜਿਹੜੇ ਕਢਵਾ ਸਕਦੇ ਹਾਂ। ਵਿਦਡਰਾ ਸਲਿੱਪ ਔਰ ATM ਕਾਰਡ, ਅਸੀਂ ਇੱਕ ਛੋਟੀ ਜਿਹੀ ਸਲਿੱਪ ਦੇ ਉੱਪਰ ਵੀ ਪੈਸੇ ਕਢਾ ਸਕਦੇ ਹਾਂ। ਅਤੇ ਤੀਸਰਾ ਮਾਧਿਅਮ ਹੈ ATM, ਆਟੋ ਟੈਲਰ ਮਸ਼ੀਨ ਹੁੰਦਾ ਜਿਹਨੂੰ ਕਹਿੰਦੇ ਆ, ਪਰ ATM ਜਿਹੜਾ ਜਿੱਥੇ ਪੈਸੇ ਕਢਵਾਉਣ ਜਾਂਦੇ ਹਾਂ ਉਹਦੇ ਰਾਹੀਂ ਵੀ ਅਸੀਂ ਪੈਸੇ ਕਢਵਾ ਸਕਦੇ ਹਾਂ। ਅਮਨ, ਪਾਪਾ ਵਾਟ ਇਜ਼ ATM ਕਾਰਡ, ਪਾਪਾ ATM ਕਾਰਡ ਕੀ ਹੈ? ਫਾਦਰ, ATM ਕਾਰਡ ਇਜ਼ ਯੂਜ਼ਡ ਟੂ ਵਿਦਡਰਾ ਮਨੀ ਐਟ ਐਨੀ ਟਾਈਮ, ਅਸੀਂ ATM ਦੇ ਨਾਲ ਕਿਤੋਂ ਵੀ ਜਦੋਂ ਚਾਹੇ ਪੈਸੇ ਕਢਵਾ ਸਕਦੇ ਹਾਂ। ਈਵਨ ਵੈਨ ਦਾ ਬੈਂਕ ਇਜ਼ ਨਾਟ ਵਰਕਿੰਗ, ਭਾਵੇਂ ਕਿ ਕੋਈ ਵੀ ਬੈਂਕ ਕੰਮ ਕਰਦਾ ਨਾ ਵੀ ਹੋਵੇ ਤਾਂ ਵੀ ਅਸੀਂ ਪੈਸੇ ATM 'ਚੋਂ ਕਢਾ ਸਕਦੇ ਹਾਂ। ਤਾਂ ਬੈਂਕ ਆਲਸੋ ਇਸ਼ੂ ਆ ਕ੍ਰੈਡਿਟ ਕਾਰਡ, ਬੈਂਕ ਜਿਹੜਾ ਹੈ ਸਾਨੂੰ ਕ੍ਰੈਡਿਟ ਕਾਰਡ ਵੀ ਇਸ਼ੂ ਕਰਦਾ ਹੈ।
ਵਿਦ ਵਿੱਚ ਜਿਹਦੇ ਨਾਲ ਵੀ ਕੈਨ ਟ੍ਰਾਂਸਫਰ ਮਨੀ ਟੂ ਮੇਕ ਪੇਮੈਂਟਸ, ਅਸੀਂ ਪੇਮੈਂਟਸ ਦੇਣ ਵਾਸਤੇ, ਪੈਸੇ ਦੇਣ ਵਾਸਤੇ ਜਿਹੜਾ ਹੈ ਅਸੀਂ ਪੈਸੇ ਟ੍ਰਾਂਸਫਰ ਵੀ ਕਰ ਸਕਦੇ ਹਾਂ, ਸਿੱਧੇ ਜਿਹੜੇ ਹੈ ਨੈੱਟ ਬੈਂਕਿੰਗ ਰਾਹੀਂ ਦੂਸਰਿਆਂ ਨੂੰ ਭੇਜ ਸਕਦੇ ਹਾਂ। ਐਜ਼ ਆਈ ਡਿਡ ਇਨ ਦਾ ਮੋਰਨਿੰਗ, ਜਿਵੇਂ ਕਿ ਮੈਂ ਸਵੇਰੇ ਕੀਤਾ ਸੀ, ਜਿਵੇਂ ਮੈਂ ਬਿੱਲ ਤਾਰਿਆ ਸੀ। ਦਾ ਬੈਂਕ ਪ੍ਰੋਵਾਈਡ ਅਸ ਅ ਲੋਕਰ, ਬੈਂਕ ਸਾਨੂੰ ਇੱਕ ਲੋਕਰ ਵੀ ਦਿੰਦਾ ਹੈ। ਆਲਸੋ ਫॉर ਕੀਪ ਆਵਰ ਵੈਲਿਊਏਬਲਸ, ਜਿੰਨੀਆਂ ਸਾਡੀਆਂ ਵਡਮੁੱਲੀਆਂ ਮੁੱਲਵਾਨ ਚੀਜ਼ਾਂ ਨੇ ਉਹਨਾਂ ਸਾਰਿਆਂ ਨੂੰ ਰੱਖਣ ਵਾਸਤੇ ਬੈਂਕ ਜਿਹੜਾ ਹੈ ਇੱਕ ਲੋਕਰ ਵੀ ਦਿੰਦਾ ਹੈ। ਜਿਵੇਂ ਸਾਡੇ ਘਰਾਂ ਵਿੱਚ ਲੋਕਰ ਹੁੰਦੇ ਨਾ ਬੇਟਾ, ਅਲਮਾਰੀਆਂ ਸਾਡੀਆਂ ਲੋਕਰ, ਅਲਮਾਰੀਆਂ ਦੇ ਵਿੱਚ ਵੀ ਲੋਕਰ ਹੁੰਦੇ, ਇਸ ਤਰ੍ਹਾਂ ਸਾਨੂੰ ਬੈਂਕਾਂ ਵਿੱਚ ਵੀ ਲੋਕਰ ਮਿਲ ਜਾਂਦੇ ਨੇ। ਸਾਡਾ ਖਾਤਾ ਹੋਣਾ ਚਾਹੀਦਾ ਬੈਂਕ ਵਿੱਚ, ਤਾਂ ਉੱਥੇ ਸਾਨੂੰ ਕੀ ਹੈ ਸਾਡੇ ਵੈਲਿਊਏਬਲਸ ਰੱਖਣ ਵਾਸਤੇ, ਸਾਡੀਆਂ ਕੀਮਤੀ ਚੀਜ਼ਾਂ ਰੱਖਣ ਵਾਸਤੇ ਸਾਨੂੰ ਲੋਕਰ ਮਿਲ ਜਾਂਦਾ। ਅਮਨ, ਹਾਊ ਕੈਨ ਆਈ ਓਪਨ ਐਨ ਅਕਾਊਂਟ ਇਨ ਦ ਬੈਂਕ, ਅਸੀਂ ਬੈਂਕ ਵਿੱਚ ਪਾਪਾ ਅਕਾਊਂਟ ਕਿਵੇਂ ਖੋਲ੍ਹ ਸਕਦੇ ਹਾਂ। ਫਾਦਰ, ਫਾਦਰ ਕਹਿ ਰਹੇ ਨੇ you can open an account by providing an identity proof, ਤੁਹਾਨੂੰ ਇੱਕ ਪਛਾਣ ਪੱਤਰ ਦੇਣਾ ਪਵੇਗਾ ਜਿਸ ਦੀ ਮਦਦ ਨਾਲ ਤੁਸੀਂ ਬੈਂਕ ਵਿੱਚ ਅਕਾਊਂਟ ਖੋਲ੍ਹ ਸਕਦੇ ਹੋ। ਪਛਾਣ ਪੱਤਰ ਕੀ ਹੁੰਦਾ ਬੇਟਾ, ਜਿਵੇਂ ਆਧਾਰ ਕਾਰਡ ਹੈ, ਡਰਾਈਵਿੰਗ ਲਾਇਸੈਂਸ ਹੈ, ਰਾਸ਼ਨ ਕਾਰਡ ਹੈ, ਸਾਡਾ ਪੈਨ ਕਾਰਡ ਹੈ, ਇਸ ਤੋਂ ਇਲਾਵਾ ਸਾਡਾ ਜਿਹੜਾ ਹੈ ਪਾਸਪੋਰਟ ਹੈ, ਇਹ ਸਾਰੇ ਜਿਹੜੇ ਹੈ ਇਹ ਸਾਡੇ ਪਛਾਣ ਪੱਤਰ ਨੇ। ਇਹਨਾਂ ਵਿੱਚੋਂ ਕੋਈ ਇੱਕ ਦੇ ਕੇ ਅਸੀਂ ਬੈਂਕ ਵਿੱਚ ਅਕਾਊਂਟ ਖੁਲਾ ਸਕਦੇ ਹਾਂ। ਜਿਸ ਤਰ੍ਹਾਂ ਕਿ ਦੱਸਿਆ ਵੀ ਹੋਇਆ, ਲਾਈਕ ਆਧਾਰ ਕਾਰਡ ਐਂਡ ਯੋਰ ਲੇਟੈਸਟ ਫੋਟੋਗ੍ਰਾਫ ਟੂ ਦੀ ਬੈਂਕ, ਅਤੇ ਬੈਂਕ ਨੂੰ ਇੱਕ ਤਾਜ਼ੀ ਫੋਟੋ ਜਿਹੜੀ ਖਿੱਚੀ ਹੈ 1-2 ਦਿਨ ਦੇ ਵਿੱਚ, ਉਹ ਦੇ ਕੇ ਅਤੇ ਨਾਲ ਹੀ ਆਇਡੈਂਟੀ ਪ੍ਰੂਫ ਦੇ ਕੇ ਅਸੀਂ ਅਕਾਊਂਟ ਖੁਲਵਾ ਸਕਦੇ ਹਾਂ। ਅਮਨ, ਪਾਪਾ ਆ ਬੈਂਕ ਰੀਅਲੀ ਹੈਲਪ ਅਸ ਅ ਲੋਟ, ਵਾਕਈ ਪਾਪਾ ਬੈਂਕ ਸਾਡੀ ਇੰਨੀ ਜ਼ਿਆਦਾ ਮਦਦ ਕਰਦਾ। ਫਾਦਰ, यू आर एब्सोल्युटली राइट डियर, प्यारे बच्चे तू बिल्कुल सही कह रहे हैं। सो इसी बेटा ਤੁਹਾਡਾ ਪਾਠ ਬੈਂਕ ਆਵਰ ਨੀਡ, ਬੜਾ ਕੁਝ ਤੁਸੀਂ ਇਸ ਤੋਂ ਅੱਜ ਸਿੱਖਿਆ। ਵੀਡੀਓ ਥੋੜੀ ਲੰਬੀ ਹੋ ਗਈ ਹੈ, ਕੋਈ ਗੱਲ ਨਹੀਂ, ਇਸ ਪਾਠ ਨੂੰ ਤੁਸੀਂ ਦੁਬਾਰਾ ਦੁਹਰਾਈ ਦੇ ਤੌਰ ਤੇ ਪਿੱਛੇ ਦੁਬਾਰਾ ਵੀਡੀਓ ਨੂੰ ਦੇਖ ਸਕਦੇ ਹੋ ਪਿੱਛੇ ਕਰਕੇ। ਅਗਲੀ ਵੀਡੀਓ 'ਚ ਫਿਰ ਮਿਲਾਂਗੇ, ਆਪਣਾ ਧਿਆਨ ਰੱਖਿਓ। ਅਗਲੀ ਵੀਡੀਓ 'ਚ ਆਪਾਂ ਗਲੋਸਰੀ ਕਰਾਵਾਂਗੇ। ਹੁਣ ਇੱਥੋਂ ਤੱਕ ਹੀ ਇਜਾਜ਼ਤ ਦਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।